ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਹਰਦੀਪ ਸਿੰਘ ਨਿੱਜਰ ਦੇ ਨੇੜਲੇ ਦੋਸਤ ਨੇ ਕੀਤਾ ਵੱਡਾ ਖੁਲਾਸਾ। ਕਤਲ ਵਾਲੇ ਦਿਨ ਤੋਂ ਪਹਿਲਾਂ ਹੀ ਨਿੱਜਰ ਨੂੰ ਆਪਣੀ ਕਾਰ ਦੇ ਥੱਲੇ ਮਿਲੀ ਸੀ ਟਰੈਕਿੰਗ ਡਿਵਾਈਸ। ਉਹ ਮਕੈਨਿਕ ਦੀ ਦੁਕਾਨ ਤੇ ਸਨ। ਜਦੋਂ ਗੱਡੀ ਉੱਤੇ ਚੁੱਕੀ ਤਾਂ ਉਹਨਾਂ ਨੂੰ ਉਹ ਡਿਵਾਈਸ ਮਿਲੀ। ਸੰਯੁਕਤ ਰਾਸ਼ਟਰ 'ਚ ਕੈਨੇਡਾ ਦੇ ਰਾਜਦੂਤ ਬੌਬ ਰੇ ਨੇ ਦੱਸਿਆ ਉਹਨਾਂ ਦੇ ਭਾਰਤੀ ਹਮਰੁਤਬਾ ਨੇ ਉਹਨਾਂ ਕੋਲ ਨਿੱਜਰ ਦੇ ਮਾਮਲੇ ਬਾਰੇ ਚਰਚਾ ਕਰਨ ਲਈ ਕੀਤੀ ਪਹੁੰਚ। ਕਿਹਾ ਇਹ ਮਹੱਤਵਪੂਰਨ ਹੈ ਕਿ ਅਸੀਂ ਮਿਲ ਕੇ ਕੰਮ ਕਰਦੇ ਰਹੀਏ ਕਿਉਂਕਿ ਸਰਕਾਰਾਂ ਉਸ ਸਥਿਤੀ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਜਿਸ ਤੇ ਕੰਮ ਕਰਨਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗੀ ਮੁਆਫੀ। ਨਾਜ਼ੀ ਯੂਨਿਟ 'ਚ ਤੈਨਾਤ ਰਹੇ ਸੈਨਿਕ ਨੂੰ ਸੰਸਦ 'ਚ ਬੁਲਾਉਣ ਤੇ ਕਿਹਾ ਇਹ ਗਲਤੀ ਸੀ ਜਿਸ ਨੇ ਕੈਨੇਡਾ ਅਤੇ ਸੰਸਦ ਨੂੰ ਸ਼ਰਮਿੰਦਾ ਕੀਤਾ। 2023 ਦੌਰਾਨ ਕੈਨੇਡਾ ਦੀ ਆਬਾਦੀ ਦਰ 70 ਸਾਲਾਂ ਦੇ ਸਭ ਤੋਂ ਉਤਲੇ ਪੱਧਰ ਤੇ। ਸਟੈਟਿਸਟਿਕਸ ਕੈਨੇਡਾ ਮੁਤਾਬਕ ਐਲਬਰਟਾ ਦੀ ਆਬਾਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ। ਸਟੈਟਕੈਨ ਅਨੁਸਾਰ ਇਸ ਵਾਧੇ ਦਾ ਕਰੀਬ 98% ਹਿੱਸਾ ਅੰਤਰਰਾਸ਼ਟਰੀ ਇਮੀਗ੍ਰੇਸ਼ਨ ਦਾ। ਜੂਨ 'ਚ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਬਾਹਰ ਮਾਰੇ ਗਏ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਨੇੜਲੇ ਦੋਸਤ ਨੇ ਦੱਸਿਆ ਕਿ ਕਤਲ ਵਾਲੇ ਦਿਨ ਤੋਂ ਪਹਿਲਾਂ ਹੀ ਨਿੱਜਰ ਨੂੰ ਆਪਣੀ ਕਾਰ ਦੇ ਥੱਲੇ ਟਰੈਕਿੰਗ ਡਿਵਾਈਸ ਮਿਲੀ ਸੀ। ਗੁਰਦੁਆਰਾ ਰਾਜ BC ਕੌਂਸਲ ਦੇ ਬੁਲਾਰੇ ਮਨਿੰਦਰ ਸਿੰਘ ਨੇ ਦੱਸਿਆ ਕਿ ਆਪਣੀ ਮੌਤ ਤੋਂ 2 ਹਫ਼ਤੇ ਪਹਿਲਾਂ ਜਦੋਂ ਨਿੱਜਰ ਘਰ ਆਇਆ ਤਾਂ ਉਸਨੇ ਦੱਸਿਆ ਕਿ ਉਸ ਦੀ ਗੱਡੀ ਥੱਲੇ ਟਰੈਕਿੰਗ ਡਿਵਾਈਸ ਲੱਗੀ ਮਿਲੀ ਹੈ। ਉਸਨੇ ਦੱਸਿਆ ਕਿ ਉਹ ਮਕੈਨਿਕ ਦੀ ਦੁਕਾਨ ਉੱਤੇ ਸਨ ਤੇ ਉਹਨਾਂ ਜਦੋਂ ਗੱਡੀ ਉੱਤੇ ਚੁੱਕੀ ਤਾਂ ਉਹਨਾਂ ਨੂੰ ਉਹ ਡਿਵਾਈਸ ਮਿਲੀ। 18 ਜੂਨ ਨੂੰ ਸ਼ਾਮ ਦੀ ਅਰਦਾਸ ਤੋਂ ਬਾਅਦ ਜਦੋਂ ਨਿੱਜਰ ਗੁਰਦੁਆਰੇ ਵਿੱਚੋਂ ਨਿਕਲ ਕੇ ਆਪਣੇ ਟਰੱਕ 'ਚ ਬੈਠਿਆ ਤਾਂ ਪਾਰਕਿੰਗ ਲਾਟ 'ਚ ਹੀ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਉਸਨੇ ਪਹਿਲਾਂ ਹੀ ਆਪਣੇ ਦੋਸਤਾਂ ਤੇ ਪਰਿਵਾਰ ਵਾਲਿਆਂ ਨੂੰ ਦੱਸਿਆ ਸੀ ਕਿ ਉਸ ਦੀ ਜਾਨ ਨੂੰ ਖਤਰਾ ਹੈ। ਮਨਿੰਦਰ ਸਿੰਘ ਨੇ ਦੱਸਿਆ ਕਿ ਨਿੱਜਰ ਦੇ ਕਤਲ ਤੋਂ ਬਾਅਦ ਸਭ ਤੋਂ ਪਹਿਲੀ ਕਾਲ ਉਹਨਾਂ ਨੂੰ ਹੀ ਕੀਤੀ ਗਈ ਸੀ ਤੇ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਇਹ ਜਾਣਕਾਰੀ ਦੇਣ ਵਾਲੇ ਸ਼ਖਸ ਨੇ ਆਖਿਆ ਸੀ ਕਿ ਤੁਰੰਤ ਉੱਥੇ ਪਹੁੰਚਾਂ। ਉਸ ਸ਼ਖਸ ਨੇ ਇਹ ਵੀ ਦੱਸਿਆ ਸੀ ਕਿ ਨਿੱਜਰ ਨੂੰ ਗੋਲੀ ਮਾਰ ਦਿੱਤੀ ਗਈ ਹੈ। ਨਿੱਜਰ ਖਾਲਿਸਤਾਨ ਦਾ ਸਮਰਥਕ ਤੇ ਕਾਰਕੁਨ ਸੀ। ਇਸ ਮਾਮਲੇ ਦੀ ਜਾਂਚ ਦਾ ਕੰਮ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਆਪਣੇ ਹੱਥ ਲੈ ਲਿਆ ਹੈ। ਉਸ ਵੱਲੋਂ ਥੋੜੇ ਵੇਰਵੇ ਵੀ ਸਾਂਝੇ ਕੀਤੇ ਗਏ ਨੇ। ਉਹਨਾਂ ਦੱਸਿਆ ਕਿ ਗੁਰਦੁਆਰੇ ਤੋਂ ਲਈ ਗਈ ਸਿਕਿਉਰਿਟੀ ਫੁਟੇਜ ਮੁਤਾਬਕ ਸ਼ੱਕੀਆਂ ਦੀ ਕਾਰ ਨੇ ਪਾਰਕਿੰਗ ਲਾਟ ਤੱਕ ਉਸ ਦਾ ਪਿੱਛਾ ਕੀਤਾ। ਪਿਛਲੀ ਐਗਜ਼ਿਟ ਤੋਂ ਜਿੱਥੋਂ ਨਿੱਜਰ ਨੇ ਬਾਹਰ ਨਿਕਲਣਾ ਸੀ, ਸ਼ੱਕੀਆਂ ਦੀ ਕਾਰ ਵੱਲੋਂ ਉਹ ਰਾਹ ਰੋਕ ਲਿਆ ਗਿਆ। ਫਿਰ ਉਸ ਨੂੰ ਅਜਿਹੀ ਥਾਂ ਉੱਤੇ ਲਿਆਂਦਾ ਗਿਆ ਜਿੱਥੋਂ ਸ਼ੂਟਰ ਆਸਾਨੀ ਨਾਲ ਉਸ ਉੱਤੇ ਵਾਰ ਕਰ ਸਕਣ। ਇਹ ਸਾਰਾ ਕੁਝ ਪੂਰੀ ਪਲੈਨਿੰਗ ਨਾਲ ਹੋਇਆ। ਸਿੱਖ ਭਾਈਚਾਰੇ ਵਿੱਚ ਵੀ ਇਸ ਕਾਰਨ ਰੋਹ ਪਾਇਆ ਜਾ ਰਿਹਾ ਹੈ। ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ 'ਚ ਇਹ ਐਲਾਨ ਕੀਤਾ ਕਿ ਉਹਨਾਂ ਕੋਲ ਇਸ ਗੱਲ ਦੇ ਸਬੂਤ ਨੇ ਕਿ ਨਿੱਜਰ ਦੇ ਕਤਲ 'ਚ ਭਾਰਤ ਸਰਕਾਰ ਦਾ ਹੱਥ ਹੋ ਸਕਦਾ ਹੈ। ਮੰਗਲਵਾਰ ਨੂੰ NDP ਆਗੂ ਜਗਮੀਤ ਸਿੰਘ ਨੇ ਵੀ ਆਖਿਆ ਕਿ ਉਹਨਾਂ ਨੂੰ ਵੀ ਇਹਨਾਂ ਦੋਸ਼ਾਂ ਸੰਬੰਧੀ ਬਰੀਫ ਕੀਤਾ ਗਿਆ ਹੈ ਪਰ ਭਾਰਤ ਵੱਲੋਂ ਇਹਨਾਂ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਜਾ ਰਿਹਾ ਹੈ। ਸੰਯੁਕਤ ਰਾਸ਼ਟਰ 'ਚ ਕੈਨੇਡਾ ਦੇ ਰਾਜਦੂਤ ਬੌਬ ਰੇ ਨੇ ਦੱਸਿਆ ਹੈ ਕਿ ਮੰਗਲਵਾਰ ਨੂੰ ਉਹਨਾਂ ਦੇ ਭਾਰਤੀ ਹਮਰੁਤਬਾ ਨੇ ਉਹਨਾਂ ਕੋਲ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਬਾਰੇ ਚਰਚਾ ਕਰਨ ਲਈ ਪਹੁੰਚ ਕੀਤੀ। ਰੇ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ 'ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਮੰਗਲਵਾਰ ਨੂੰ ਰੇ ਦੇ ਸੰਯੁਕਤ ਰਾਸ਼ਟਰ 'ਚ ਭਾਸ਼ਣ ਤੋਂ ਬਾਅਦ ਉਹਨਾਂ ਕੋਲ ਪਹੁੰਚੀ ਅਤੇ ਉਹਨਾਂ ਦਾ ਧੰਨਵਾਦ ਕੀਤਾ। ਰੇ ਨੇ ਕਿਹਾ ਕਿ ਉਸ ਨੇ ਮੈਨੂੰ ਇੱਕ ਪਾਸੇ ਬੁਲਾਇਆ ਤੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਅਸੀਂ ਮਿਲ ਕੇ ਕੰਮ ਕਰਦੇ ਰਹੀਏ ਕਿਉਂਕਿ ਸਰਕਾਰਾਂ ਉਸ ਸਥਿਤੀ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਜਿਸ ਤੇ ਕੰਮ ਕਰਨਾ ਜ਼ਰੂਰੀ ਹੈ। ਮੈਨੂੰ ਇਹ ਦੇਖ ਕੇ ਕੁਝ ਸਕੂਨ ਮਿਲਿਆ ਕਿ ਅਜੇ ਕੂਟਨੀਤੀ ਦੀ ਗੁੰਜਾਇਸ਼ ਹੈ ਅਤੇ ਮੈਨੂੰ ਲੱਗਦਾ ਹੈ ਕਿ ਅੱਗੇ ਵਧਦਿਆਂ ਅਸੀਂ ਹੋਰ ਗੁੰਜਾਇਸ਼ ਦੇਖਾਂਗੇ। ਰੇ ਨੇ ਕਿਹਾ ਕਿ ਲੋਕਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕੈਨੇਡਾ ਵੱਲੋਂ ਉਠਾਏ ਮੁੱਦਿਆਂ ਨਾਲ ਨਜਿੱਠਣ ਅਤੇ ਹੱਲ ਲੱਭਣ ਲਈ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਮਹੱਤਵਪੂਰਨ ਹੈ। ਰੇ ਨੇ ਇਹ ਵੀ ਕਿਹਾ ਕਿ ਕੈਨੇਡੀਅਨਜ਼ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਬਿਹਤਰ ਮੁਕਾਮ ਤੇ ਪਹੁੰਚਣ ਲਈ ਇੱਕ ਦੂਸਰੇ ਪ੍ਰਤੀ ਬਹੁਤ ਜ਼ਿਆਦਾ ਆਪਸੀ ਸਤਿਕਾਰ ਤੇ ਪਹੁੰਚਣ ਦੀ ਵੀ ਜ਼ਰੂਰਤ ਹੈ। ਮੰਗਲਵਾਰ ਨੂੰ ਭਾਰਤੀ ਵਿਦੇਸ਼ ਮੰਤਰੀ S ਜੈ ਸ਼ੰਕਰ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਕੈਨੇਡਾ ਨੂੰ ਕਿਹਾ ਹੈ ਕਿ ਉਹ ਨਿੱਜਰ ਦੀ ਮੌਤ ਬਾਰੇ ਕਿਸੇ ਵੀ ਖਾਸ ਜਾਣਕਾਰੀ ਦੀ ਪੜਚੋਲ ਲਈ ਤਿਆਰ ਹੈ। ਟਰੂਡੋ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੈਨੇਡਾ ਨੇ ਭਾਰਤ ਨਾਲ ਕਈ ਹਫ਼ਤੇ ਪਹਿਲਾਂ ਭਰੋਸੇਯੋਗ ਇਲਜ਼ਾਮ ਸਾਂਝੇ ਕੀਤੇ ਸਨ। ਸੂਤਰਾਂ ਨੇ ਦੱਸਿਆ ਸੀ ਕਿ ਕੈਨੇਡੀਅਨ ਸਰਕਾਰ ਨੇ ਹਰਦੀਪ ਸਿੰਘ ਨਿੱਜਰ ਦੀ ਮੌਤ ਦੀ ਕਈ ਮਹੀਨੇ ਚੱਲੀ ਲੰਬੀ ਜਾਂਚ 'ਚ ਮਨੁੱਖੀ ਅਤੇ ਸਿਗਨਲ ਇੰਟੈਲੀਜੈਂਸ ਇਕੱਠੀ ਕੀਤੀ ਅਤੇ ਇਸ ਖੁਫੀਆ ਜਾਣਕਾਰੀ 'ਚ ਕੈਨੇਡਾ 'ਚ ਮੌਜੂਦ ਭਾਰਤੀ ਡਿਪਲੋਮੈਟਾਂ ਸਮੇਤ ਖੁਦ ਭਾਰਤੀ ਅਧਿਕਾਰੀਆਂ ਦੀ ਗੱਲਬਾਤ ਵੀ ਸ਼ਾਮਲ ਹੈ। ਫੈਡਰਲ NDP ਲੀਡਰ ਜਗਮੀਤ ਸਿੰਘ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ
ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਡੀ ਥਾਮਸ ਤੋਂ ਖੁਫੀਆ ਬਰੀਫਿੰਗ ਪ੍ਰਾਪਤ ਕਰਨ ਤੋਂ ਬਾਅਦ ਟਰੂਡੋ ਦੀ ਗੱਲ ਦਾ ਸਮਰਥਨ ਕੀਤਾ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵਰ, ਜਿਨ੍ਹਾਂ ਨੇ ਜੌਨਸਟਨ ਦੀ ਰਿਪੋਰਟ ਨਾਲ ਸੰਬੰਧਿਤ ਟੌਪ ਸੀਕ੍ਰੇਟ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਲਈ ਸੁਰੱਖਿਆ ਮਨਜ਼ੂਰੀ ਪ੍ਰਾਪਤ ਕਰਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ, ਨੇ ਕਿਹਾ ਕਿ ਉਹਨਾਂ ਨੂੰ ਅਜਿਹੀ ਬਰੀਫਿੰਗ ਦੀ ਪੇਸ਼ਕਸ਼ ਕੀਤੀ ਗਈ ਸੀ ਜਿਹੋ ਜਿਹੀ ਪਿਛਲੇ ਹਫ਼ਤੇ BC ਦੇ ਪ੍ਰੀਮੀਅਰ ਡੇਵਿਡ ਈਬੀ ਨੂੰ ਦਿੱਤੀ ਗਈ ਸੀ। ਈਬੀ ਨੇ ਕਿਹਾ ਸੀ ਕਿ ਉਹਨਾਂ ਦੀਆਂ ਬਰੀਫਿੰਗਸ ਹੁਣ ਤੱਕ ਜਨਤਕ ਤੌਰ ਤੇ ਉਪਲਬਧ ਜਾਣਕਾਰੀ ਤੱਕ ਹੀ ਸੀਮਤ ਸਨ। ਨਾਜ਼ੀ ਯੂਨਿਟ 'ਚ ਤੈਨਾਤ ਰਹੇ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਕੈਨੇਡਾ ਦੀ ਸੰਸਦ 'ਚ ਰੱਖੇ ਗਏ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ਸਮਾਗਮ 'ਚ ਬੁਲਾਉਣ ਅਤੇ ਸਨਮਾਨਿਤ ਕਰਨ ਤੇ ਛਿੜੇ ਵਿਵਾਦ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਆਫੀ ਮੰਗੀ ਹੈ। ਟਰੂਡੋ ਨੇ ਕਿਹਾ ਕਿ ਇਹ ਗਲਤੀ ਸੀ ਜਿਸ ਨੇ ਕੈਨੇਡਾ ਅਤੇ ਸੰਸਦ ਨੂੰ ਸ਼ਰਮਿੰਦਾ ਕੀਤਾ। ਅਸੀਂ ਸਾਰੇ ਜੋ ਸ਼ੁੱਕਰਵਾਰ ਨੂੰ ਇਸ ਸਦਨ 'ਚ ਸੀ, ਉਹਨਾਂ ਸਾਰਿਆਂ ਨੂੰ ਡੂੰਘਾ ਅਫਸੋਸ ਹੈ ਕਿ ਅਸੀਂ ਖੜੇ ਹੋ ਕੇ ਤਾੜੀਆਂ ਵਜਾਈਆਂ, ਭਾਵੇਂ ਅਸੀਂ ਸੰਦਰਭ ਤੋਂ ਜਾਣੂ ਨਹੀਂ ਸਾਂ। ਟਰੂਡੋ ਨੇ ਕਿਹਾ ਕਿ ਇਹ ਘਟਨਾ ਯਹੂਦੀ ਘੱਲੂਘਾਰੇ 'ਚ ਮਾਰੇ ਗਏ ਲੱਖਾਂ ਲੋਕਾਂ ਦੀ ਯਾਦ ਦੀ ਇੱਕ ਭਿਆਨਕ ਉਲੰਘਣਾ ਸੀ ਅਤੇ ਯੈਰਸਲੇਵ ਹੁੰਕਾ ਨੂੰ ਸਨਮਾਨਿਤ ਕਰਨਾ ਯਹੂਦੀ, ਪੋਲਜ਼, ਰੋਮਾ, ਸਮਲਿੰਗੀ ਤੇ ਹੋਰ ਨਸਲੀ ਭਾਈਚਾਰਿਆਂ ਲਈ ਬੇਹੱਦ ਦਰਦਨਾਕ ਸੀ, ਜਿਨ੍ਹਾਂ ਨੂੰ ਨਾਜ਼ੀ ਸ਼ਾਸਨ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ। ਟਰੂਡੋ ਨੇ ਇਹ ਵੀ ਦੁਹਰਾਇਆ ਕਿ ਕੈਨੇਡਾ ਜ਼ੈਲੈਂਸਕੀ ਤੋਂ ਵੀ ਬਹੁਤ ਮੁਆਫੀ ਚਾਹੁੰਦਾ ਹੈ, ਜਿਸ ਨੂੰ ਹੁੰਕਾ ਦੀ ਤਾਰੀਫ ਕਰਦੇ ਹੋਏ ਦਿਖਾਇਆ ਗਿਆ ਸੀ, ਜਿਸ ਦੀ ਕਿ ਰੂਸੀ ਪ੍ਰਚਾਰਕਾਂ ਵੱਲੋਂ ਦੁਰਵਰਤੋਂ ਕੀਤੀ ਗਈ ਸੀ। ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਕੂਟਨੀਤਿਕ ਤਰੀਕੇ ਰਾਹੀਂ ਜ਼ੈਲੈਂਸਕੀ ਅਤੇ ਯੂਕਰੇਨੀ ਵਫਦ ਕੋਲੋਂ ਮੁਆਫੀ ਮੰਗੀ। ਦੱਸਣਯੋਗ ਹੈ ਕਿ ਟਰੂਡੋ ਦੀ ਮੁਆਫੀ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵਰ ਦੇ ਉਸ ਬਿਆਨ ਤੋਂ ਬਾਅਦ ਆਈ ਹੈ ਜਿਸ 'ਚ ਉਹਨਾਂ ਕਿਹਾ ਕਿ ਜ਼ੈਲੈਂਸਕੀ ਦੇ ਸੰਸਦ 'ਚ ਇਤਿਹਾਸਕ ਸੰਬੋਧਨ ਲਈ ਇੱਕ ਯੂਕਰੇਨੀ ਨਾਜ਼ੀ ਸਾਬਕਾ ਫੌਜੀ ਨੂੰ ਸੱਦਾ ਦੇਣਾ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਕੂਟਨੀਤਿਕ ਨਮੋਸ਼ੀ ਹੈ। ਅਸਤੀਫਾ ਦੇ ਚੁੱਕੇ ਸਪੀਕਰ ਐਂਥਨੀ ਰੋਟਾ ਨੇ ਇਹ ਦਾਅਵਾ ਕਰਨ ਦੇ ਬਾਵਜੂਦ ਕਿ ਹੁੰਕਾ ਨੂੰ ਸਦਨ 'ਚ ਬੁਲਾਉਣ ਲਈ ਉਹ ਇਕੱਲੇ ਜ਼ਿੰਮੇਵਾਰ ਸਨ। ਪੋਲੀਏਵਰ ਇਸ ਘਟਨਾ ਦਾ ਇਲਜ਼ਾਮ ਟਰੂਡੋ ਦੇ ਮੱਥੇ ਮੜ ਰਹੇ ਨੇ। ਪਾਰਲੀਮੈਂਟ ਹਿੱਲ ਤੇ ਕੰਜ਼ਰਵੇਟਿਵ ਕਾਕਸ ਦੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੋਲੀਏਵ ਨੇ ਕਿਹਾ ਕਿ ਜ਼ੈਲੈਂਸਕੀ ਦੀ ਕੈਨੇਡਾ ਫੇਰੀ ਨੂੰ ਸਫਲ ਬਣਾਉਣ ਦੀ ਜ਼ਿੰਮੇਵਾਰੀ ਟਰੂਡੋ ਦੀ ਸੀ ਤੇ ਹੁੰਕਾ ਦੇ ਇਸ ਸਮਾਗਮ 'ਚ ਸ਼ਾਮਲ ਹੋਣ ਨਾਲ ਵਿਸ਼ਵ ਪੱਧਰ ਤੇ ਕੈਨੇਡਾ ਦੀ ਸਾਖ ਨੂੰ ਠੇਸ ਪਹੁੰਚੀ ਹੈ। ਇਸ ਵਿਵਾਦ ਦੇ ਚੱਲਦਿਆਂ ਮੰਗਲਵਾਰ ਨੂੰ ਐਂਥਨੀ ਰੋਟਾ ਨੇ ਹਾਊਸ ਦੇ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਭਾਵੇਂ ਇਸ ਮਾਮਲੇ ਵਿੱਚ ਐਂਥਨੀ ਰੋਟਾ ਨੇ ਮੁਆਫੀ ਮੰਗ ਲਈ ਸੀ, ਪਰ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ। ਪਹਿਲਾਂ ਵਿਰੋਧੀ ਧਿਰ ਨੇ ਸਪੀਕਰ ਦੇ ਅਸਤੀਫੇ ਦੀ ਮੰਗ ਕੀਤੀ ਸੀ, ਪਰ ਮੰਗਲਵਾਰ ਤੋਂ ਇਹ ਮੰਗ ਕਰਨ ਵਾਲਿਆਂ 'ਚ ਕੁਝ ਕੈਬਨਿਟ ਮੰਤਰੀ ਵੀ ਸ਼ਾਮਲ ਹੋ ਗਏ ਸਨ। ਇਸ ਮਗਰੋਂ ਅਖੀਰ ਰੋਟਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। It was the personal responsibility of the Prime Minister to invite President Zelensky to the floor of this House of Commons. It was his personal responsibility to make sure it was a diplomatic success. Yet this Prime Minister allowed for a monumental, unprecedented and global shame to unfold in this chamber. Will he take personal responsibility for this shame and personally apologize on behalf of himself? On behalf of all of us in this House, I would like to present unreserved apologies for what took place on Friday and to President Zelensky and the Ukrainian delegation for the position they were put in. For all of us who were present to have unknowingly recognized this individual was a terrible mistake and a violation of the memory of those who suffered grievously at the hands of the Nazi regime. Did the Prime Minister's national security, intelligence, or diplomatic officials vet the names of the people that the Prime Minister allowed within mere feet of President Zelensky? The privilege and responsibilities and rights of parliamentarians are sacrosanct, and that the Leader of the Opposition would be suggesting that any visitor to this House should be vetted by the government of the day is actually a grievous attack on the rights and privileges of parliamentarians. However, if the Leader of the Opposition or the Speaker or anyone wants our intelligence agencies to vet any of their guests, we would be more than happy to do that in respect of parliamentary rights. ਸਟੈਟਿਸਟਿਕਸ ਕੈਨੇਡਾ ਨੇ ਬੁੱਧਵਾਰ ਨੂੰ ਕਿਹਾ ਕਿ 2023 ਦੌਰਾਨ ਕੈਨੇਡਾ ਦੀ ਆਬਾਦੀ ਦਰ 70 ਸਾਲ ਦੇ ਸਭ ਤੋਂ ਉਤਲੇ ਪੱਧਰ ਤੇ ਦਰਜ ਕੀਤੀ ਗਈ ਹੈ ਅਤੇ ਐਲਬਰਟਾ ਦੀ ਆਬਾਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ। ਆਬਾਦੀ ਦੇ ਤਾਜ਼ਾ ਅਨੁਮਾਨਾਂ ਅਨੁਸਾਰ ਜੁਲਾਈ 2022 ਤੋਂ ਜੁਲਾਈ 2023 ਦੇ ਦਰਮਿਆਨ
ਕੈਨੇਡਾ ਦੀ ਆਬਾਦੀ ਵਿੱਚ 1.15 ਮਿਲੀਅਨ ਦਾ ਵਾਧਾ ਹੋਇਆ। ਇਸ ਵਾਧੇ ਨੇ ਕੈਨੇਡਾ ਨੂੰ ਆਬਾਦੀ ਪੱਖੋਂ G7 ਦੇਸ਼ਾਂ 'ਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਮੁਲਕ ਵਜੋਂ ਬਰਕਰਾਰ ਰੱਖਿਆ ਹੈ। ਕੈਨੇਡਾ ਦੀ ਆਬਾਦੀ ਵਿਕਾਸ ਦਰ 2.9% ਦਰਜ ਹੋਈ ਹੈ। ਕੈਨੇਡਾ ਵਿੱਚ ਆਬਾਦੀ ਦੀ ਮੌਜੂਦਾ ਵਿਕਾਸ ਦਰ 1957 ਦੀ 3.3% ਤੋਂ ਬਾਅਦ ਦੀ ਸਭ ਤੋਂ ਵੱਧ ਸਾਲਾਨਾ ਦਰ ਹੈ। ਸਟੈਟਕੈਨ ਅਨੁਸਾਰ ਇਸ ਵਾਧੇ ਦਾ ਕਰੀਬ 98% ਹਿੱਸਾ ਅੰਤਰਰਾਸ਼ਟਰੀ ਮਾਈਗ੍ਰੇਸ਼ਨ ਦਾ ਹੈ। ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਵਿੱਚ 46% ਵਾਧਾ ਹੋਇਆ ਹੈ, ਜਿਸ ਦਾ ਸਭ ਤੋਂ ਵੱਡਾ ਕਾਰਨ ਵਰਕ ਅਤੇ ਸਟੱਡੀ ਪਰਮਿਟ 'ਚ ਵਾਧਾ ਰਿਹਾ। ਅੰਕੜੇ ਦਰਸਾਉਂਦੇ ਨੇ ਕਿ ਜੁਲਾਈ 2022 ਤੋਂ ਗੈਰ ਪਰਮਾਨੈਂਟ ਰੈਜ਼ੀਡੈਂਟ ਦੀ ਗਿਣਤੀ ਲਗਭਗ 7 ਲੱਖ ਤੋਂ ਵੱਧ ਕੇ 2.2 ਮਿਲੀਅਨ ਹੋ ਗਈ ਹੈ ਤੇ ਪ੍ਰਵਾਸੀਆਂ ਦੀ ਗਿਣਤੀ ਵਿੱਚ 4,68,817 ਦਾ ਵਾਧਾ ਹੋਇਆ ਹੈ। CIBC ਕੈਪੀਟਲ ਮਾਰਕੀਟਸ ਨੇ ਅਗਸਤ ਮਹੀਨੇ 'ਚ ਇੱਕ ਰਿਪੋਰਟ ਛਾਪੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ 'ਚ ਗੈਰ ਪਰਮਾਨੈਂਟ ਰੈਜ਼ੀਡੈਂਟਸ ਦੀ ਅਸਲ ਗਿਣਤੀ ਕਰੀਬ 1 ਮਿਲੀਅਨ ਘੱਟ ਅਨੁਮਾਨੀ ਹੋ ਸਕਦੀ ਹੈ। ਇਸ ਕਰਕੇ ਸਟੈਟਿਸਟਿਕਸ ਕੈਨੇਡਾ ਨੇ ਕਿਸਮ ਅਤੇ ਸੂਬੇ ਦੇ ਹਿਸਾਬ ਨਾਲ ਗੈਰ ਪਰਮਾਨੈਂਟ ਰੈਜ਼ੀਡੈਂਟਸ ਦਾ ਨਵਾਂ ਡਾਟਾ ਤਿਆਰ ਕੀਤਾ ਹੈ। ਸਟੈਟਕੈਨ ਨੇ ਕਿਹਾ ਹੈ ਕਿ ਨਵੇਂ ਡਾਟਾ ਨੇ ਪੁਰਾਣੇ ਅੰਕੜਿਆਂ ਨੂੰ ਬਹੁਤ ਪ੍ਰਭਾਵਿਤ ਨਹੀਂ ਕੀਤਾ। ਏਜੰਸੀ ਅਨੁਸਾਰ ਨਵੇਂ ਅੰਕੜਿਆਂ 'ਚ ਅਜਿਹੇ ਗੈਰ ਪਰਮਾਨੈਂਟ ਰੈਜ਼ੀਡੈਂਟਸ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੇ ਪਰਮਿਟ ਦੀ ਮਿਆਦ ਖਤਮ ਹੋ ਚੁੱਕੀ ਹੋਵੇ ਜਾਂ ਜਿਹੜੇ ਪਰਮਿਟ ਨਵਿਆਉਣ ਦੀ ਪ੍ਰਕਿਰਿਆ 'ਚ ਹੋਣ। ਅਲਬਰਟਾ ਦੀ ਆਬਾਦੀ ਵਿਕਾਸ ਦਰ 4% ਦਰਜ ਹੋਈ ਹੈ, ਜਿਸ ਵਿੱਚ ਕੁਝ ਹਿੱਸਾ ਅੰਤਰਰਾਸ਼ਟਰੀ ਪ੍ਰਵਾਸ ਤੇ ਕੁਝ ਯੋਗਦਾਨ ਕੈਨੇਡਾ ਦੇ ਬਾਕੀ ਸੂਬਿਆਂ ਤੋਂ ਹੁੰਦੇ ਪ੍ਰਵਾਸ ਦਾ ਰਿਹਾ। ਪਿਛਲੇ ਸਾਲ ਅਲਬਰਟਾ ਛੱਡ ਕੇ ਜਾਣ ਵਾਲਿਆਂ ਤੇ ਅਲਬਰਟਾ ਆਉਣ ਵਾਲਿਆਂ ਵਿੱਚ 56,245 ਵਧੇਰੇ ਲੋਕ ਅਲਬਰਟਾ ਪਹੁੰਚੇ। 1971-72 ਤੋਂ ਬਾਅਦ ਇਹ ਸਭ ਤੋਂ ਵੱਡਾ ਉਛਾਲ ਹੈ। ਪਾਰਕਿੰਗ ਲਾਟ 'ਚ ਹੋਏ ਧਮਾਕੇ ਤੋਂ ਬਾਅਦ ਪੁਲਿਸ ਨੇ ਬੈਰੀ ਓਨਟਾਰੀਓ ਦੇ ਪਾਰਕਿੰਗ ਲਾਟ ਦੇ ਇੱਕ ਹਿੱਸੇ ਨੂੰ ਖਾਲੀ ਕਰਵਾ ਲਿਆ। ਬੈਰੀ ਪੁਲਿਸ ਸਰਵਿਸਿਜ਼ ਕਾਰਪੋਰੇਟ ਕਮਿਊਨੀਕੇਸ਼ਨਜ਼ ਕੋਆਰਡੀਨੇਟਰ ਪੀਟਰ ਲਿਓਨ ਨੇ ਆਖਿਆ ਕਿ ਐਨ ਸਟਰੀਟ ਨਾਰਥ ਦੇ ਪਾਰਕਿੰਗ ਲਾਟ 'ਚ ਗੱਡੀ 'ਚ ਰੱਖੀ ਇੱਕ ਧਮਾਕਾਖੇਜ਼ ਡਿਵਾਈਸ 'ਚ ਤੜਕੇ 3 ਵਜੇ ਧਮਾਕਾ ਹੋਇਆ। ਜ਼ੋਰਦਾਰ ਧਮਾਕਾ ਸੁਣਨ ਤੋਂ ਬਾਅਦ ਸਥਾਨਕ ਰੈਜ਼ੀਡੈਂਟਸ ਨੇ 911 ਤੇ ਕਾਲ ਕਰਕੇ ਇਸ ਦੀ ਜਾਣਕਾਰੀ ਦਿੱਤੀ। ਲਿਓਨ ਨੇ ਦੱਸਿਆ ਕਿ ਅਧਿਕਾਰੀਆਂ ਦੇ ਮੌਕੇ ਉੱਤੇ ਪਹੁੰਚਣ ਉੱਤੇ ਉਹਨਾਂ ਨੂੰ 2 ਗੱਡੀਆਂ ਨੂੰ ਨੁਕਸਾਨ ਪਹੁੰਚਣ ਬਾਰੇ ਪਤਾ ਲੱਗਿਆ। ਇਸ ਇਲਾਕੇ 'ਚ ਸਥਿਤ ਰਿਹਾਇਸ਼ੀ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਤੇ ਨੇੜੇ ਸਥਿਤ ਹੋਰਨਾਂ ਇਮਾਰਤਾਂ 'ਚ ਮੌਜੂਦ ਲੋਕਾਂ ਨੂੰ ਵੀ ਬਾਹਰ ਕੱਢ ਲਿਆ ਗਿਆ। ਅਗਲੇ ਹੁਕਮਾਂ ਤੱਕ ਲੋਕਾਂ ਨੂੰ ਦੱਸੀ ਗਈ ਥਾਂ ਉੱਤੇ ਰਹਿਣ ਜਾਂ ਆਪਣੇ ਘਰ ਦੇ ਅੰਦਰ ਹੀ ਰਹਿਣ ਦੀ ਹਦਾਇਤ ਦਿੱਤੀ ਗਈ। ਐਨ ਤੇ ਵੈਲਿੰਗਟਨ ਸਟਰੀਟ ਦੇ ਨਾਲ-ਨਾਲ ਐਨ ਸਟਰੀਟ ਤੇ ਗਿਬਨ ਡਰਾਈਵ ਤੇ ਲੀਕੌਕ ਡਰਾਈਵ ਤੇ ਐਜ ਹਿਲ ਡਰਾਈਵ ਵੀ ਬੰਦ ਕੀਤੀਆਂ ਗਈਆਂ ਨੇ। ਲਿਓਨ ਨੇ ਦੱਸਿਆ ਕਿ ਸਰਵਿਸਿਜ਼ ਦੀ ਐਕਸਪਲੋਸਿਵ ਡਿਸਪੋਜ਼ਲ ਯੂਨਿਟ ਮੌਕੇ ਉੱਤੇ ਪਹੁੰਚੀ ਤੇ ਸ਼ੁਰੂਆਤੀ ਧਮਾਕੇ ਤੋਂ ਬਾਅਦ ਸਵੇਰੇ 8:30 ਵਜੇ ਨੇੜੇ-ਤੇੜੇ ਇਸ ਥਾਂ ਤੇ 10 ਤੋਂ 12 ਫੁੱਟ ਦੀ ਦੂਰੀ ਉੱਤੇ ਮਿਲੀ ਡਿਵਾਈਸ 'ਚ ਕੰਟਰੋਲਡ ਧਮਾਕਾ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਧਮਾਕਾਖੇਜ਼ ਡਿਵਾਈਸ ਇੱਕ ਵਾਰ 'ਚ ਪੂਰੀ ਤਰ੍ਹਾਂ ਨਾਲ ਨਹੀਂ ਸੀ ਫਟੀ ਤੇ ਇਸ ਦਾ ਕੁਝ ਹਿੱਸਾ ਪਹਿਲੇ ਧਮਾਕੇ 'ਚ ਛਿਟਕ ਕੇ ਦੂਰ ਜਾ ਡਿੱਗਿਆ ਤੇ ਬਾਅਦ ਵਿੱਚ ਬੰਬ ਨਕਾਰਾ ਕਰਨ ਵਾਲੀ ਟੀਮ ਵੱਲੋਂ ਇਸ ਵਿੱਚ ਕੰਟਰੋਲਡ ਧਮਾਕਾ ਕਰਵਾਇਆ ਗਿਆ। ਸਥਾਨਕ ਵਾਸੀਆਂ ਜਾਂ ਐਮਰਜੈਂਸੀ ਕਰਮਚਾਰੀਆਂ ਨੂੰ ਕੋਈ ਸੱਟ ਫੇਟ ਨਹੀਂ ਲੱਗੀ, ਪਰ ਮਾਲੀ ਨੁਕਸਾਨ ਜ਼ਰੂਰ ਹੋਇਆ। TTC ਸਬਵੇ ਸਟੇਸ਼ਨ ਉੱਤੇ ਹੋਏ ਝਗੜੇ ਤੋਂ ਬਾਅਦ ਵਾਪਰੀ ਛੁਰੇਬਾਜ਼ੀ ਦੀ ਘਟਨਾ ਮਗਰੋਂ ਪੁਲਿਸ ਵੱਲੋਂ 3 ਲੜਕੀਆਂ ਦੀ ਭਾਲ ਕੀਤੀ ਜਾ ਰਹੀ ਹੈ। 20 ਸਤੰਬਰ ਨੂੰ ਰਾਤੀ 10:30 ਵਜੇ ਦੇ ਨੇੜੇ-ਤੇੜੇ ਯੰਗ ਡੰਡਾਸ ਸਕੁਏਅਰ ਉੱਤੇ ਡੰਡਾਸ ਸਟੇਸ਼ਨ ਉੱਤੇ ਵਾਪਰੀ ਇਸ ਘਟਨਾ ਤੋਂ ਬਾਅਦ ਟੋਰਾਂਟੋ ਪੁਲਿਸ ਨੂੰ ਸੱਦਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਦੇ ਵਿੱਚ ਜ਼ਖਮੀ ਹੋਇਆ ਵਿਅਕਤੀ ਤੇ ਉਸ ਦਾ ਦੋਸਤ ਐਕਸੀਲੇਟਰ ਰਾਹੀਂ ਹੇਠਾਂ ਜਾ ਰਹੇ ਸਨ ਤੇ ਤਿੰਨੇ ਸ਼ੱਕੀ ਲੜਕੀਆਂ ਉਹਨਾਂ ਦੇ ਪਿੱਛੇ ਹੀ ਐਕਸੀਲੇਟਰ ਉੱਤੇ ਹੇਠਾਂ ਉਤਰ ਰਹੀਆਂ ਸਨ। ਪੁਲਿਸ ਨੇ ਦੱਸਿਆ ਕਿ ਇਹਨਾਂ ਵਿਚਾਲੇ ਕਿਸੇ ਗੱਲ ਉੱਤੇ ਬਹਿਸ ਹੋ ਗਈ ਤੇ ਇੱਕ ਸ਼ੱਕੀ ਵੱਲੋਂ ਇੱਕ ਵਿਅਕਤੀ ਉੱਤੇ ਹਮਲਾ ਕਰ ਦਿੱਤਾ ਗਿਆ। ਸ਼ੱਕੀ ਨੇ ਪਿਛਲੇ ਪਾਸਿਓਂ ਹੀ ਇੱਕ ਵਿਅਕਤੀ ਉੱਤੇ ਚਾਕੂ ਨਾਲ ਵਾਰ ਕਰ ਦਿੱਤਾ। ਫਿਰ ਸ਼ੱਕੀ ਲੜਕੀਆਂ ਸਬਵੇ ਸਟੇਸ਼ਨ ਤੋਂ ਫਰਾਰ ਹੋ ਗਈਆਂ। ਜਿਸ ਵਿਅਕਤੀ ਉੱਤੇ ਚਾਕੂ ਨਾਲ ਵਾਰ ਕੀਤਾ ਗਿਆ ਉਹ ਮਾਮੂਲੀ ਜ਼ਖਮੀ ਹੋਇਆ। ਟੋਰਾਂਟੋ ਪੁਲਿਸ ਵੱਲੋਂ ਤਿੰਨਾਂ ਲੜਕੀਆਂ ਦਾ ਵੇਰਵਾ ਜਾਰੀ ਕੀਤਾ ਗਿਆ ਹੈ ਔਰ ਉਸ ਵੇਰਵੇ ਤੋਂ ਬਾਅਦ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਲਗਭਗ 7 ਮਿਲੀਅਨ ਕੈਨੇਡੀਆਈ ਲੋਕ ਭੋਜਨ ਦੀ ਵਿਵਸਥਾ ਕਰਨ ਲਈ ਸੰਘਰਸ਼ ਕਰ ਰਹੇ ਨੇ ਕਿਉਂਕਿ ਰਹਿਣ ਦੀ ਲਾਗਤ ਅਤੇ ਰਿਹਾਇਸ਼ੀ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ। ਫੂਡ ਬੈਂਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਕੈਨੇਡਾ 'ਚ 2.8 ਮਿਲੀਅਨ ਲੋਕ ਗਰੀਬੀ 'ਚ ਜੀ ਰਹੇ ਨੇ, ਜਦਕਿ 7 ਮਿਲੀਅਨ ਲੋਕਾਂ ਦੇ ਕੋਲ ਖਾਣ ਪੀਣ ਦਾ ਸੰਕਟ ਆਣ ਖੜਾ ਹੋਇਆ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਦੇਸ਼ ਦੀ 18% ਆਬਾਦੀ ਭੋਜਨ ਸੰਕਟ ਚੱਲ ਰਹੀ ਹੈ। ਇਹ ਵੀ ਕਿਹਾ ਗਿਆ ਰਿਪੋਰਟ 'ਚ ਕਿ ਨੋਵਾ ਸਕੋਸ਼ੀਆ 'ਚ ਹਾਲਾਤ ਸਭ ਤੋਂ ਬੁਰੇ ਨੇ।
ਫੂਡ ਬੈਂਕਸ ਦੀ ਇਸ ਰਿਪੋਰਟ ਮੁਤਾਬਕ ਨੋਵਾ ਸਕੋਸ਼ੀਆ ਉਹਨਾਂ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ 'ਚ ਅਸਫਲ ਰਿਹਾ ਹੈ ਜਿਹੜੇ ਗਰੀਬੀ 'ਚ ਜੀ ਰਹੇ ਨੇ। ਰਿਪੋਰਟ 'ਚ 13 ਮਾਪਦੰਡਾਂ ਤੇ ਚਰਚਾ ਕੀਤੀ ਗਈ ਹੈ। ਨੋਵਾ ਸਕੋਸ਼ੀਆ ਸਾਰੇ ਮਾਪਦੰਡਾਂ 'ਚ ਸਭ ਤੋਂ ਹੇਠਲੇ ਸਥਾਨ ਤੇ F ਕੈਟਾਗਰੀ 'ਚ ਰੱਖਿਆ ਗਿਆ ਹੈ। ਮੰਗਲਵਾਰ ਨੂੰ ਪ੍ਰਕਾਸ਼ਿਤ ਕੀਤੀ ਗਈ ਇਸ ਰਿਪੋਰਟ ਮੁਤਾਬਕ ਜਦੋਂ ਗਰੀਬੀ ਨਾਲ ਨਜਿੱਠਣ ਦੀ ਗੱਲ ਆਉਂਦੀ ਹੈ ਤਾਂ ਵਧੇਰੇ ਕੈਨੇਡੀਅਨ ਸੂਬਿਆਂ ਨੂੰ D ਰੈਂਕ ਪ੍ਰਾਪਤ ਹੋਇਆ ਹੈ। ਰਿਪੋਰਟ 'ਚ ਹਰੇਕ ਸੂਬੇ ਨੂੰ 4 ਪ੍ਰਮੁੱਖ ਸ਼੍ਰੇਣੀਆਂ ਗਰੀਬੀ ਦਾ ਅਨੁਭਵ, ਗਰੀਬੀ ਦੇ ਉਪਾਅ, ਸਮੱਗਰੀ ਦੀ ਕਮੀ ਅਤੇ ਵਿਧਾਨਕ ਤਰੱਕੀ ਤੇ ਧਿਆਨ ਕੇਂਦਰਿਤ ਕਰਕੇ ਇੱਕ ਗ੍ਰੇਡ ਦਿੱਤਾ ਗਿਆ ਹੈ। ਫੂਡ ਬੈਂਕਸ ਦੀ ਇਸ ਰਿਪੋਰਟ ਮੁਤਾਬਕ ਕੈਨੇਡਾ 'ਚ ਲੋਕਾਂ ਨੂੰ ਰਿਹਾਇਸ਼ ਲਈ ਆਪਣੀ ਆਮਦਨ ਦਾ 30% ਤੋਂ ਵਧੇਰੇ ਹਿੱਸਾ ਖਰਚ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੀ ਤੁਲਨਾ 'ਚ ਦੇਸ਼ ਅੰਦਰ ਮਹਿੰਗਾਈ, ਗਰੀਬੀ, ਭੋਜਨ ਦਾ ਸੰਕਟ ਅਤੇ ਬੇਰੁਜ਼ਗਾਰੀ ਵਧੀ ਹੈ। ਦੱਸਣਯੋਗ ਹੈ ਕਿ ਫੂਡ ਬੈਂਕ ਦੀ ਇਹ ਰਿਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਅਗਸਤ ਮਹੀਨੇ ਦੌਰਾਨ ਕੈਨੇਡਾ 'ਚ ਮਹਿੰਗਾਈ ਦੀ ਦਰ ਵੱਧ ਕੇ 4% ਹੋ ਗਈ ਸੀ ਅਤੇ ਸਟੈਟਿਸਟਿਕਸ ਕੈਨੇਡਾ ਮੁਤਾਬਕ ਇਸ 'ਚ ਸਭ ਤੋਂ ਵੱਧ ਯੋਗਦਾਨ ਗੈਸ ਦੀਆਂ ਕੀਮਤਾਂ ਨੇ ਪਾਇਆ ਸੀ। ਵਾਹਨ 'ਚ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ 10 ਸਾਲਾ ਬੱਚੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਸ਼ਾਮੀ 5:30 ਵਜੇ ਤੋਂ ਬਾਅਦ ਕਲਾਰਕ ਐਵਨਿਊ ਤੇ ਬਾਕਸਟਨ ਸਟਰੀਟ ਇਲਾਕੇ ਦੇ ਵਿੱਚ ਮੁਲਨ ਡਰਾਈਵ ਉੱਤੇ ਵਾਪਰੀ। ਪ੍ਰਾਪਤ ਹੋਈਆਂ ਤਸਵੀਰਾਂ 'ਚ ਰਿਹਾਇਸ਼ੀ ਸਟਰੀਟ ਉੱਤੇ ਇੱਕ ਡਿਲੀਵਰੀ ਵੈਨ ਦੇ ਦੁਆਲੇ ਪੁਲਿਸ ਟੇਪ ਲੱਗੀ ਨਜ਼ਰ ਆ ਰਹੀ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸਮੇਂ ਡਰਾਈਵਰ ਮੌਕੇ ਉੱਤੇ ਹੀ ਮੌਜੂਦ ਰਿਹਾ। ਇਹ ਘਟਨਾ ਕਿਵੇਂ ਵਾਪਰੀ ਇਸ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਅਗਲੇ ਪੜਾਅ 'ਚ ਸੰਭਾਵੀ ਹੜਤਾਲ ਦੇ ਟੀਚਿਆਂ ਦੀ ਸੂਚੀ 'ਚ ਇੰਜਣ ਅਤੇ ਪ੍ਰਸਾਰਣ ਸਹੂਲਤਾਂ ਦੇ ਨਾਲ-ਨਾਲ ਵੱਡੇ ਪਿਕਅਪ ਟਰੱਕ ਅਤੇ SUV ਫੈਕਟਰੀਆਂ ਸ਼ਾਮਲ ਨੇ। ਪਿਛਲੇ ਹਫ਼ਤੇ ਵਾਂਗ ਹੜਤਾਲ ਲਈ ਨਵੇਂ ਸਥਾਨਾਂ ਦਾ ਐਲਾਨ ਯੂਨੀਅਨ ਦੁਆਰਾ ਹੋਸਟ ਕੀਤੀ ਗਈ ਇੱਕ ਫੇਸਬੁੱਕ ਲਾਈਵ ਸਟ੍ਰੀਮ ਤੇ ਸਵੇਰੇ 10 ਵਜੇ ਕੀਤਾ ਜਾਵੇਗਾ ਅਤੇ ਹੜਤਾਲ ਸ਼ੁੱਕਰਵਾਰ ਨੂੰ ਦੁਪਹਿਰ ਤੋਂ ਸ਼ੁਰੂ ਹੋਵੇਗੀ। ਬਿਗ 3 ਦੇ ਖਿਲਾਫ UAW ਦੀ ਹੜਤਾਲ ਹੁਣ ਆਪਣੇ 13ਵੇਂ ਦਿਨ 'ਚ ਹੈ। UAW ਨੇ 15 ਸਤੰਬਰ ਨੂੰ ਫੋਰਡ, GM ਤੇ ਸਟੈਲੈਂਟਿਸ ਦੀਆਂ 3 ਚੋਣਵੀਆਂ ਸਹੂਲਤਾਂ ਤੇ ਹੜਤਾਲ ਕੀਤੀ ਅਤੇ 22 ਸਤੰਬਰ ਨੂੰ ਹੜਤਾਲ ਨੂੰ 38 ਜਨਰਲ ਮੋਟਰਜ਼ ਅਤੇ ਸਟੈਲੈਂਟਿਸ ਸਹੂਲਤਾਂ ਤੱਕ ਵਧਾ ਦਿੱਤਾ। ਦੇਸ਼ ਭਰ 'ਚ 20 ਰਾਜਾਂ ਦੇ ਵਿੱਚ 41 ਫੋਰਡ ਮੋਟਰ ਕੰਪਨੀ, GM ਅਤੇ ਸਟੈਲੈਂਟਿਸ NV ਸੁਵਿਧਾਵਾਂ ਦੇ 18,030 UAW ਆਟੋ ਵਰਕਰ ਹੜਤਾਲ ਤੇ ਨੇ। ਉੱਚ ਤਨਖਾਹਾਂ, ਸਾਰੇ ਕਾਮਿਆਂ ਲਈ ਪੈਨਸ਼ਨਾਂ ਤੇ ਟਾਇਰਡ ਵੇਜ਼ ਪ੍ਰਣਾਲੀਆਂ ਨੂੰ ਖਤਮ ਕਰਨ ਦੀ ਮੰਗ ਕਰਦੇ ਹੋਏ ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਨੂੰ ਮਿਸ਼ੀਗਨ ਰਾਜ 'ਚ ਇੱਕ GM ਪਾਰਟਸ ਡਿਸਟ੍ਰੀਬਿਊਸ਼ਨ ਸੈਂਟਰ ਦੇ ਬਾਹਰ ਇੱਕ ਪੈਕਟ ਲਾਈਨ ਦਾ ਦੌਰਾ ਕੀਤਾ। ਆਟੋ ਵਰਕਰਾਂ ਨੂੰ ਆਪਣਾ ਸਮਰਥਨ ਜ਼ਾਹਰ ਕੀਤਾ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇੱਥੇ ਦੌਰਾ ਬਾਈਡਨ ਦੇ ਪੇਸ਼ ਹੋਣ ਤੋਂ ਇੱਕ ਦਿਨ ਬਾਅਦ ਆਇਆ ਹੈ, ਜਿੱਥੇ ਉਸਨੇ ਆਟੋ ਉਦਯੋਗ ਨੂੰ ਬਦਲਣ ਲਈ ਬਾਈਡਨ ਦੀਆਂ ਨੀਤੀਆਂ ਤੇ ਹਮਲਾ ਕੀਤਾ ਤੇ ਆਟੋ ਕਰਮਚਾਰੀਆਂ ਲਈ ਆਪਣਾ ਸਮਰਥਨ ਦਿਖਾਇਆ। ਮੰਗਲਵਾਰ ਨੂੰ ਇੱਕ ਇੰਟਰਵਿਊ 'ਚ UAW ਦੇ ਪ੍ਰਧਾਨ ਸ਼ੌਨ ਫੇਨ ਨੇ ਕਿਹਾ ਕਿ ਉਹ ਟਰੰਪ ਨਾਲ ਮੁਲਾਕਾਤ 'ਚ ਕੋਈ ਬਿੰਦੂ ਨਹੀਂ ਦੇਖਦਾ। ਮੈਨੂੰ ਨਹੀਂ ਲੱਗਦਾ ਕਿ ਇਸ ਆਦਮੀ ਨੂੰ ਇਸ ਗੱਲ ਦੀ ਕੋਈ ਪਰਵਾਹ ਹੈ ਕਿ ਸਾਡੇ ਵਰਕਰ ਕਿਸ ਲਈ ਖੜੇ ਨੇ, ਮਜ਼ਦੂਰ ਵਰਗ ਕਿਸ ਲਈ ਖੜਾ ਹੈ। ਉਹ ਅਰਬਪਤੀ ਵਰਗ ਦੀ ਸੇਵਾ ਕਰਦਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ। ਹਰਦੀਪ ਸਿੰਘ ਨਿੱਜਰ ਦੇ ਨੇੜਲੇ ਦੋਸਤ ਨੇ ਕੀਤਾ ਵੱਡਾ ਖੁਲਾਸਾ। ਕਤਲ ਵਾਲੇ ਦਿਨ ਤੋਂ ਪਹਿਲਾਂ ਹੀ ਨਿੱਜਰ ਨੂੰ ਆਪਣੀ ਕਾਰ ਦੇ ਥੱਲੇ ਮਿਲੀ ਸੀ ਟਰੈਕਿੰਗ ਡਿਵਾਈਸ। ਉਹ ਮਕੈਨਿਕ ਦੀ ਦੁਕਾਨ ਤੇ ਸਨ। ਜਦੋਂ ਗੱਡੀ ਉੱਤੇ ਚੁੱਕੀ ਤਾਂ ਉਹਨਾਂ ਨੂੰ ਉਹ ਡਿਵਾਈਸ ਮਿਲੀ। ਸੰਯੁਕਤ ਰਾਸ਼ਟਰ 'ਚ ਕੈਨੇਡਾ ਦੇ ਰਾਜਦੂਤ ਬੌਬ ਰੇ ਨੇ ਦੱਸਿਆ ਉਹਨਾਂ ਦੇ ਭਾਰਤੀ ਹਮਰੁਤਬਾ ਨੇ ਉਹਨਾਂ ਕੋਲ ਨਿੱਜਰ ਦੇ ਮਾਮਲੇ ਬਾਰੇ ਚਰਚਾ ਕਰਨ ਲਈ ਕੀਤੀ ਪਹੁੰਚ। ਕਿਹਾ ਇਹ ਮਹੱਤਵਪੂਰਨ ਹੈ ਕਿ ਅਸੀਂ ਮਿਲ ਕੇ ਕੰਮ ਕਰਦੇ ਰਹੀਏ ਕਿਉਂਕਿ ਸਰਕਾਰਾਂ ਉਸ ਸਥਿਤੀ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਜਿਸ ਤੇ ਕੰਮ ਕਰਨਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗੀ ਮੁਆਫੀ। ਨਾਜ਼ੀ ਯੂਨਿਟ 'ਚ ਤੈਨਾਤ ਰਹੇ ਸੈਨਿਕ ਨੂੰ ਸੰਸਦ 'ਚ ਬੁਲਾਉਣ ਤੇ ਕਿਹਾ ਇਹ ਗਲਤੀ ਸੀ ਜਿਸ ਨੇ ਕੈਨੇਡਾ ਅਤੇ ਸੰਸਦ ਨੂੰ ਸ਼ਰਮਿੰਦਾ ਕੀਤਾ। 2023 ਦੌਰਾਨ ਕੈਨੇਡਾ ਦੀ ਆਬਾਦੀ ਦਰ 70 ਸਾਲਾਂ ਦੇ ਸਭ ਤੋਂ ਉਤਲੇ ਪੱਧਰ ਤੇ। ਸਟੈਟਿਸਟਿਕਸ ਕੈਨੇਡਾ ਮੁਤਾਬਕ ਐਲਬਰਟਾ ਦੀ ਆਬਾਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ। ਸਟੈਟਕੈਨ ਅਨੁਸਾਰ ਇਸ ਵਾਧੇ ਦਾ ਕਰੀਬ 98% ਹਿੱਸਾ ਅੰਤਰਰਾਸ਼ਟਰੀ ਇਮੀਗ੍ਰੇਸ਼ਨ ਦਾ।